अस्सलाम वालेकुम जी। ਅੱਜ ਸਾਨੂੰ ਪੁਲ ਘਰਾਟ ਤੇ ਇਨਵਾਈਟ ਕੀਤਾ ਬਾਬਰ ਭਾਈ ਹੋਰਾਂ ਨੇ। ਅਸੀਂ ਅੱਜ ਪਹੁੰਚੇ ਹਾਂ ਲਹਿੰਦੇ ਪੰਜਾਬ ਦੇ ਸ਼ਹਿਰ ਮੀਆਂ ਚੰਨੂ ਦੇ ਛੋਟੇ ਜਿਹੇ ਇਲਾਕੇ ਪੁਲ ਘਰਾਟ ਤੇ। अस्सलाम वालेकुम जी। ਅੱਜ ਅਸੀਂ ਆਪਣੇ ਆ ਪੁਲ ਘਰਾਟ ਤੇ, ਜਿੱਥੇ ਪੁਰਾਣੇ ਦੌਰ ਦੀ ਪਾਣੀ ਤੇ ਚੱਲਣ ਵਾਲੀ ਚੱਕੀ ਅੱਜ ਤੁਹਾਨੂੰ ਵਿਖਾਵਾਂਗੇ। ਉਸ ਨੂੰ ਪੰਜ ਚੱਕੀ ਵੀ ਕਿਹਾ ਜਾਂਦਾ ਹੈ ਤੇ ਇਸ ਇਲਾਕੇ ਦਾ ਨਾਮ ਉਸ ਚੱਕੀ ਦੀ ਵਜ੍ਹਾ ਤੋਂ ਪੁਲ ਘਰਾਟ ਰੱਖਿਆ ਗਿਆ। ਅਸਲ 'ਚ ਘਰਾਟ ਦਾ ਮਤਲਬ ਵੀ ਚੱਕੀ ਹੈ। ਪੁਲ ਘਰਾਟ ਤੇ ਦੋ ਪਿੰਡ ਪੇ ਵਸਦੇ ਨੇ, ਇੱਕ 14 ਚੱਕ ਤੇ ਇੱਕ 15 ਚੱਕ। 15 ਚੱਕ ਚੜ੍ਹਦੀ ਸਾਈਡ ਤੇ 14 ਚੱਕ ਲਹਿੰਦੀ ਸਾਈਡ ਤੇ ਇੱਥੋਂ ਦੀ ਆਬਾਦੀ ਕਾਫੀ ਵੱਡੀ ਏ ਤੇ ਇੱਥੇ ਵੱਖੋ ਵੱਖ ਬਰਾਦਰੀਆਂ ਵਸਦੀਆਂ ਨੇ। 14 ਚੱਕ ਦਾ ਨੰਬਰਦਾਰ ਚੌਧਰੀ ਯਾਸੀਨ ਗੁੱਜਰ ਸਾਹਿਬ ਤੇ 15 ਚੱਕ ਦਾ ਨੰਬਰਦਾਰ ਰਾਜਾ ਇਮਤਿਆਜ਼ ਏ। ਤੇ ਜਿਹੜਾ ਪੁਲ ਘਰਾਟ ਏ ਉੱਥੇ ਦਾ ਕੌਂਸਲਰ ਤੇ ਚੇਅਰਮੈਨ ਮਲਕ ਮੁਸ਼ਤਾਕ ਅਹਿਮਦ ਸਾਹਿਬ ਨੇ। ਤੇ ਤਲੰਬੇ ਵੱਲ ਵੀ ਇਹੀ ਰਸਤਾ ਪੁਲ ਘਰਾਟ ਤੋਂ ਹੋ ਕੇ ਗੁਜ਼ਰਦਾ ਏ। ਪੁਲ ਘਰਾਟ ਤੇ ਕਾਫੀ ਜ਼ਿਆਦਾ ਆਬਾਦੀ ਏ ਤੇ ਇੱਥੇ ਕਾਫੀ ਜ਼ਿਆਦਾ ਦੁਕਾਨਾਂ ਬਣੀਆਂ ਹੋਈਆਂ ਨੇ, ਜਿਹੜਾ ਕਿ ਇੱਕ ਅੱਡੇ ਦੀ ਸ਼ਕਲ ਅਖਤਿਆਰ ਕੀਤੀ ਹੋਈ ਏ। ਇੱਥੇ ਲਗਭਗ ਹਰ ਸਹੂਲਤ ਮੌਜੂਦ ਏ। ਪੁਲ ਘਰਾਟ ਦੇ ਨਾਲ ਹੀ ਮੀਆਂ ਚੰਨੂ ਦਾ ਸਭ ਤੋਂ ਵੱਡਾ ਪਾਰਕ ਮੌਜੂਦ ਏ, ਜਿਸ ਪਾਰਕ ਨੂੰ ਝੀਲ ਵਾਲਾ ਪਾਰਕ ਵੀ ਆਖਿਆ ਜਾਂਦਾ ਏ। ਔਰ ਝੀਲ ਵਾਲਾ ਪਾਰਕ ਇਸ ਲਈ ਆਖਿਆ ਜਾਂਦਾ ਹੈ ਕਿਉਂਕਿ ਇੱਥੇ ਵੱਡੀ ਝੀਲ ਏ ਤੇ ਇਸ ਪਾਰਕ ਦੇ ਵਿੱਚੋਂ ਦੀ ਇੱਕ ਨਹਿਰ ਲੰਘਦੀ ਏ, ਜਿਹੜੀ ਕਿ ਪਾਰਕ ਦੀ ਖੂਬਸੂਰਤੀ ਨੂੰ ਵਧਾ ਦਿੰਦੀ ਏ। ਪੁਲ ਘਰਾਟ ਦੀ ਇਹੀ ਨਹਿਰ ਸਭ ਤੋਂ ਵੱਡੀ ਏ ਤੇ ਇਸੇ ਪੁਲ ਨੂੰ ਪੁਲ ਘਰਾਟ ਆਖਿਆ ਜਾਂਦਾ ਹੈ। ਇਸੇ ਪਾਣੀ ਨਾਲ ਇਹ ਚੱਕੀ ਚੱਲਦੀ ਹੁੰਦੀ ਸੀ। ਵਕਤ ਦੇ ਨਾਲ ਨਾਲ ਦੌਰ ਬਦਲਦਾ ਗਿਆ ਤੇ ਚੱਕੀ ਵੀ ਬੰਦ ਹੋ ਗਈ, ਜਿਹੜੀ ਕਿ ਹੁਣ ਖੰਡਰ ਦੀ ਸ਼ਕਲ ਪੇਸ਼ ਕਰ ਰਹੀ ਹੈ। ਆਹਿਸਤਾ ਆਹਿਸਤਾ ਦੌਰ ਜਦੀਦ ਆਇਆ ਤੇ ਇਹਨਾਂ ਚੱਕੀਆਂ ਦੀ ਮੰਗ ਖਤਮ ਹੋ ਗਈ ਤੇ ਇਹ ਚੱਕੀ ਵੀ ਬੰਦ ਹੋ ਗਈ। ਇੱਥੇ ਘੱਟੋ ਘੱਟ 16 ਚੱਕੀਆਂ ਸਨ ਜਿਹੜੀਆਂ ਚੱਲਦੀਆਂ ਸੀ। अस्सलाम वालेकुम जी। ਅੱਜ ਸਾਨੂੰ ਪੁਲ ਘਰਾਟ ਤੇ ਇਨਵਾਈਟ ਕੀਤਾ ਬਾਬਰ ਭਾਈ ਹੋਰਾਂ ਨੇ ਤੇ ਭਾਈ ਹੋਰਾਂ ਸ਼ਾਨ ਬਾਗ ਸਾਹਿਬ ਹੋਰਾਂ ਨੇ। ਇਹਨਾਂ ਦੀ ਮੁਹੱਬਤ ਤੇ ਇਹਨਾਂ ਨੇ ਸਾਡੇ ਵਾਸਤੇ ਸਪੈਸ਼ਲ ਟਾਈਮ ਕੱਢਿਆ ਤੇ ਆਪਣੇ ਇਲਾਕੇ ਦਾ ਵਿਜ਼ਿਟ ਕਰਵਾਇਆ। ਇਹਨਾਂ ਦੇ ਜ਼ਰੀਏ ਅਸੀਂ ਇੱਥੋਂ ਦੀ ਸਾਰੀ ਮਾਲੂਮਾਤ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਾਬਰ ਭਾਈ ਬਹੁਤ ਸ਼ੁਕਰੀਆ, ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ, ਮਿਹਰਬਾਨੀ ਤੁਹਾਡੀ। ਸ਼ੁਕਰੀਆ ਭਾਈ ਸਾਹਿਬ। ਸਾਡੀ ਮੁਲਾਕਾਤ ਇੱਥੋਂ ਦੇ ਮੁਕਾਮੀ ਦੋ ਬਜ਼ੁਰਗਾਂ ਨਾਲ ਹੋਈ, ਜਿਨ੍ਹਾਂ ਸਾਨੂੰ ਪੁਲ ਘਰਾਟ ਤੇ ਚੱਕੀ ਬਾਰੇ ਸਾਰੀ ਤਫਸੀਲ ਦੱਸੀ। अस्सलाम वालेकुम ਵੀਵਰ, ਕੀ ਹਾਲ ਚਾਲ ਹੈ ਸਾਰਿਆਂ ਦਾ? ਉਮੀਦ ਕਰਦਾ ਸਾਰੇ ਖੈਰੀਅਤ ਨਾਲ ਹੋਣਗੇ। ਅਸੀਂ ਅੱਜ ਪਹੁੰਚੇ ਹਾਂ ਲਹਿੰਦੇ ਪੰਜਾਬ ਦੇ ਸ਼ਹਿਰ ਮੀਆਂ ਚੰਨੂ ਦੇ ਛੋਟੇ ਜਿਹੇ ਇਲਾਕੇ ਪੁਲ ਘਰਾਟ ਤੇ। ਪੁਲ ਘਰਾਟ ਦੀ ਹਿਸਟਰੀ, ਇੱਥੋਂ ਦੀ ਪੁਰਾਣੇ ਵਕਤਾਂ ਦੀ ਪੰਜ ਚੱਕੀ ਜਿਹੜੀ ਕਿ ਇੱਥੇ ਨਹਿਰ ਦੇ ਨਾਲ ਬਣੀ ਹੋਈ ਹੈ, ਅੱਜ ਅਸੀਂ ਉਹਦੇ ਬਾਰੇ ਮਾਲੂਮਾਤ ਤੁਹਾਨੂੰ ਦੱਸਾਂਗੇ ਤੇ ਪੁਲ ਘਰਾਟ ਦੇ ਬਾਰੇ ਮਾਲੂਮਾਤ ਦੱਸਾਂਗੇ। ਅਸੀਂ ਅੱਜ ਇੱਥੋਂ ਦੇ ਬਜ਼ੁਰਗ ਜਿਹੜੇ ਕਿ ਇੱਥੋਂ ਦੇ ਪੁਰਾਣੇ ਰਿਹਾਇਸ਼ੀ ਨੇ, ਸਾਡੀ ਮੁਲਾਕਾਤ ਉਹਨਾਂ ਨਾਲ ਹੋਈ ਹੈ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਰਾਹੀਂ ਜਿਹੜੀ ਵੀ ਮਾਲੂਮਾਤ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ। अस्सलाम वालेकुम बाबा जी। बाबा जी, ਅਸੀਂ ਫਰਕ ਵਲੌਗ YouTube ਚੈਨਲ ਵੱਲੋਂ ਆਏ ਹਾਂ ਤੇ ਅਸੀਂ ਅੱਜ ਤੁਹਾਡੇ ਨਾਲ ਇਸ ਪੁਲ ਘਰਾਟ ਦੇ ਮੌਜੂਦ ਜਿਹੜੀ ਪੰਜ ਚੱਕੀ ਹੈ ਉਹਦੇ ਬਾਰੇ ਮਾਲੂਮਾਤ ਲੈਣੀ ਹੈ ਤੁਹਾਡੇ ਕੋਲੋਂ। ਤੇ ਸੰਨ 47 ਦੀ ਵੰਡ ਤੋਂ ਪਹਿਲਾਂ ਦਾ ਇਹ ਬਣਿਆ ਹੋਇਆ ਪੁਲ ਘਰਾਟ ਤੇ ਇੱਥੋਂ ਦਾ ਏਰੀਆ ਜਾਂ ਬਾਅਦ ਚ ਬਣਿਆ? ਇਹ ਸ਼ਹਿਰ ਬਾਏ ਤਿੰਨ ਘਰ ਸਨ ਸਾਡੇ। ਅੱਛਾ ਜੀ। ਤਿੰਨ ਘਰ ਸਨ ਕਸ਼ਮੀਰ ਸਾਡੇ, ਅਸਲ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕਠੂਆ ਸਾਡਾ। ਅੱਛਾ। ਜ਼ਿਲ੍ਹਾ ਕਠੂਆ ਤੇ ਅਸੀਂ ਜੰਮੂ ਕਸ਼ਮੀਰ। ਅੱਛਾ, ਜੰਮੂ ਚਾਹਨੀ ਸਾਡੇ ਘਰਾਂ। ਠੀਕ ਹੈ ਜੀ। ਤੁਸੀਂ ਕਸ਼ਮੀਰੀ ਹੋ? ਸਾਡਾ ਪਿੰਡ ਉੱਤਰੀ। ਤੁਸੀਂ ਇੰਡੀਆ ਚ ਇੱਥੇ ਆਏ ਸੀ? ਕਸ਼ਮੀਰ ਚ। ਕਸ਼ਮੀਰ ਚੋਂ ਆਏ ਹੋਏ ਹੋ? ਅੱਛਾ, ਯਾਨੀ ਕਿ ਜਦੋਂ ਸੰਨ 47 ਦੀ ਵੰਡ ਪਈ ਸੀ ਤੁਸੀਂ ਕਸ਼ਮੀਰ ਚੋਂ ਆ ਕੇ ਇੱਥੇ ਬਸੇ ਹੋ? ਪਹਿਲੇ ਇੱਥੇ ਸਾਡੇ ਤਿੰਨ ਘਰ ਸਨ ਸਾਡੇ। ਅੱਛਾ। ਇਹ 32 ਮੇਰੀ ਉਮਰ 4-5 ਸਾਲ ਦੀ ਪਾਕਿਸਤਾਨ। ਅੱਛਾ, ਯਾਨੀ ਕਿ ਉਦੋਂ ਜਦੋਂ ਪਾਕਿਸਤਾਨ ਬਣੇ ਸੀ ਇਹ ਮੈਨੂੰ ਪਤਾ ਸੀ ਸਿੱਖ ਸਾਡੀ ਤਲਵਾਰਾਂ ਕੱਢੀਏ ਖਲੋਤੇ ਨਾ ਬਾਬਰੀ ਇਹ ਮਤਲਬ ਸੇਵੇ ਜਿੱਥੇ ਟਾਉਣ ਵਾਲਿਆ ਤੇਲੀ ਮਕਾਨ ਵਾ ਇੱਥੇ ਅੱਛਾ,
ਤੁਹਾਡੇ ਹੋਸ਼ੋ ਹਵਾਸ ਦੇ ਵਿੱਚ ਹੀ ਯਾਨੀ ਕਿ ਉਹ ਜਿਹੜੀ ਕਤਲੋ ਗਾਰਤ ਹੋਈ ਉਹ ਉੱਥੇ ਕੀਤੀ? ਸਾਡੀਆਂ ਮਾਂ ਦਾਦੀਆਂ ਸਾਂ ਚੁੱਕ ਕੇ ਉੱਥੇ ਕਮਾ ਜਾ ਕੇ ਲੋਕ ਮੈਂ ਤੇ ਦੱਸੀ ਉਹਨੇ ਸਿਕਾਂਦੇ ਵਿੱਚ ਅੱਛਾ, ਇਹ ਸਾਰਾ ਕੁਝ ਤੁਸੀਂ ਆਪਣੀ ਅੱਖੀ ਵੇਖਿਆ ਹੋਇਆ ਹੈ? ਸਾਡੀ ਮਾਂ ਦਾਦੀਆਂ ਕਿ ਸਾਡੀ ਮਾਂ ਅੱਛਾ, ਪਕੌੜਿਆਂ ਦੀ ਦੁਕਾਨ ਹੈ ਉਹ ਕਿੰਨੀ ਕੁ ਪੁਰਾਣੀ ਹੈ? ਮੈਂ ਸੁਣਿਆ ਤੁਹਾਡੇ ਇੱਥੇ ਦੇ ਪਕੌੜੇ ਬੜੇ ਮਸ਼ਹੂਰ ਹੈ। ਅੱਛਾ, ਕਿ ਉਦੋਂ ਵੇਚਣ ਦਾ ਕੀ ਰੇਟ ਸੀ ਤੇ ਆਲੂਆਂ ਦਾ ਕੀ ਰੇਟ ਸੀ ਜਦੋਂ ਤੁਸੀਂ ਸ਼ੁਰੂ ਕੀਤੀ ਹੈ ਦੁਕਾਨ? ਆਸਾਨ ਸੇ ਦੇਸੀ ਤੇਲ ਹੁੰਦਾ ਅੱਛਾ ਚਾਹੇ ਦੋ ਨਿਸ਼ਾਨ ਕੋੜਾ ਵਿੱਚ ਅੱਛਾ, ਬਹੁਤ ਤਰੀਖੀ ਤੇ ਪੁਰਾਣੀ ਹੋਵੇ ਉਹ ਸਾਡੇ ਵੇਖਣ ਵਾਲਿਆਂ ਨਾਲ ਤੁਸੀਂ ਆਪਣੀ ਜ਼ੁਬਾਨੀ ਸ਼ੇਅਰ ਕਰੋ। ਉਹ ਖਲਾ ਦੇ ਮੱਲੇ ਇੱਥੇ ਪੱਕਿਆ ਜਾਂਦਾ ਇੱਥੋਂ ਚੰਨੂ ਨੇ ਜਾ ਕਣਕ ਤੇ ਛੋਲੇ ਲਿਆਣੇ ਜਿਹੜੀ ਇੱਥੋਂ ਲੱਦ ਕੇ ਲੈ ਜਾਣਾ ਉੱਥੋਂ ਲੱਦ ਕੇ ਲੈ ਕੇ ਆਉਣੀ ਇੱਥੋਂ ਆਟਾ ਮੈਦਾ ਤਾਂ ਇਹ ਲੈ ਕੇ ਚੇਸਤੇ ਤੇ ਬਣਾਉਣੀ ਰੇੜੀ ਹਰ ਚੀਜ਼ ਕੰਮ ਕਰ ਅੱਛਾ, ਯਾਨੀ ਕਿ ਆ ਰੇਲਵੇ ਸਟੇਸ਼ਨ ਚੰਨੂ ਵਾਲੇ ਤੋਂ ਲੈ ਕੇ ਆਉਂਦੇ ਹੁੰਦੇ ਸੀ ਤੇ ਫਿਰ ਇੱਥੇ? ਅੱਛਾ, ਇੱਕ ਸਵੇਰ 4 ਵਜੇ ਇੱਕ 12 ਵਜੇ ਇੱਕ 4 ਵਜੇ ਜਾके साज जाए तलम्बा ਅੱਛਾ, इतना तलम्बा 7 वजे सारे घराटा ਤੇ ਕਿੰਨੀ ਕੁ ਆਬਾਦੀ ਸੀ, ਕਿੰਨੇ ਕੁ ਲੋਕ ਰਹਿੰਦੇ ਸਨ? कोई बात नहीं इतने कोई आबादी नहीं इतने साडियां झुग्गियां बनी माड़ियां माड़ियां अच्छा होया है इलाका। अच्छा अच्छा, हाँ जी, अच्छा अच्छा, जिसे बैठे नहीं बैठे सुने हाँ जी, ਤੇ ਸਾਨੂੰ ਦੇਖ ਕੇ ਆਗੇ ਬਹਿ ਗਏ अच्छा ਸਾਨੂੰ ਤੋਂ ਠੰਡਾ ਹੁਣ ਮਾਮਾ ਜਿਹੜਾ ਤੁਸੀਂ ਖੱਡੀਆਂ ਛੱਡੀਆਂ ਦਾ ਕੰਮ ਕਰਦੇ ਹੋ ਉਹਦੇ ਬਾਰੇ ਵੀ ਕੁਝ ਦੱਸਿਓ, ਇਹ ਕਦੋਂ ਦਾ ਤੁਸੀਂ ਕਰਦੇ ਹੋ? ਇਹ ਤਾਂ ਬਾਅਦ ਬਾਬਾ ਜੀ ਇੱਥੇ ਜਿਹੜੀ ਚੱਕੀ ਤੇ ਤੁਸੀਂ ਦੱਸ ਰਹੇ ਹੋ ਕਿ ਸਟੇਸ਼ਨ ਤੋਂ ਜਾ ਕੇ ਦਾਲਾਂ ਲੈ ਕੇ ਆਉਂਦੇ ਸੀ? ਇਹ ਤੋਂ ਆਟਾ ਤੇ ਮੈਦਾ ਇਹ ਖਾਦੇ ਦਾਲਾਂ ਖਾਦੇ। ਅੱਛਾ, ਤੇ ਇੱਥੇ ਯਾਨੀ ਕਿ ਤੁਹਾਡੇ ਵਾਲਦੈਨ ਯਾਨੀ ਕਿ ਵਾਲਦ ਸਾਹਿਬ ਤੇ ਘਰ ਵਾਲੇ ਇੱਥੇ ਕਿੰਨੇ ਹੁੰਦੇ ਸੀ? ਕੰਮ ਕਰਦੇ ਬੱਚੇ ਅੱਛਾ, ਤੇ ਚੱਲਦੀ ਪਾਣੀ ਨਾਲ ਹੀ ਸੀ? ਇਹ ਜਿਹੜੀ ਨਹਿਰ ਬਣੀ ਹੋਈ ਹੈ ਤੇ ਉਹਦੇ ਜ਼ਰੀਏ ਪਾਣੀ ਆਉਂਦਾ ਹੁੰਦਾ ਸੀ ਤੇ ਉਹਦੇ ਜ਼ਰੀਏ? ਅੱਛਾ, ਯਾਨੀ ਕਿ ਫਿਰ ਉਹ ਬਣਾਈਆਂ ਹੋਈਆਂ ਸੀ ਇਹਨਾਂ ਨੇ ਸਵਾ ਬੰਦੇ ਸਵਾ ਹੁੰਦੇ ਸੀ ਹਕੂਮਤ ਕੇ ਜਿਹੜੇ ਧਿਆਨ ਆਉਂਦੇ ਸੀ ਉਹ ਦਿੰਦੇ ਹੁੰਦੇ ਸੀ? ਠੇਕੇਦਾਰ ਅੱਛਾ ਠੇਕਾ ਨਹੀਂ ਅੱਛਾ, ਉਹ ਠੇਕੇਦਾਰੀ ਨਿਜ਼ਾਮ ਸੀ ਤੇ ਉਹ ਠੇਕੇਦਾਰ ਫਿਰ ਤੁਹਾਨੂੰ ਉਹਦਾ ਉਜਰਤ ਤੇ ਬਾਬਾ ਜੀ ਜਿਹੜਾ ਪੁੱਲ ਘਰਾਟ ਹੈ ਇਹ ਸੜਕੋਂ ਪਾਰ ਕਿਹੜਾ ਇਲਾਕਾ ਹੈ ਤੇ ਸੜਕੋਂ ਪਾਰ ਇੱਧਰ ਤੇ ਇਹ ਪੁੱਲ ਘਰਾਟ ਕਿਉਂ ਭਾਣ ਲੱਗਾ ਹੈ? ਫੋਲ ਘਰਾਟ ਕਹਿੰਦੇ ਕਿ ਚੱਕੀਆਂ ਨੂੰ ਅੱਛਾ, ਘਰਾਟ ਚੱਕੀ ਵੀ ਕਹਿੰਦੇ ਪੰਜ ਚੱਕੀ ਆਹ ਚੱਕੀ ਹੈ ਪੰਜਾਬੀ ਲੋਕ ਕਹਿੰਦੇ ਘਰਾਟ। ਅੱਛਾ ਜੀ, ਤੇ ਇਹ ਯਾਨੀ ਕਿ ਪੁੱਲ ਘਰਾਟ ਹੈ ਕਿਹਨੂੰ ਕਹਿੰਦੇ ਜੀ? ਠੀਕ ਠੀਕ, ਯਾਨੀ ਕਿ ਇਹ ਹੁਣ ਵੇਖੋ ਨਾ ਸਾਡੇ ਇਲਮ ਚ ਇਜ਼ਾਫਾ ਹੋਇਆ ਕਿ ਪਹਿਲੇ ਵਕਤਾਂ ਦੇ ਲੋਕ ਕਹਿੰਦੇ ਹੁੰਦੇ ਸੀ ਘਰਾਟ। ਠੀਕ ਹੋ ਗਿਆ। ਅੱਛਾ ਜੀ, ਦੋ ਰਾਤਾਂ ਲੋਕ ਪਿਆ ਕੇ ਤੇ ਅੱਛਾ ਬਾਬਾ ਇਹ ਲੈਂਦੇ में सड़क तो 14 ਚੱਕ ਅੱਛਾ ਚੱਲੇ ਅਸੀਂ ਆਦੇ ਅੱਛਾ, ਯਾਨੀ ਕਿ ਪਰਾਂ 15 ਚੱਕ 14 ਚੱਕ ਇਹ ਜੀ ਬਿਆਰ ਉਹ 14 8 ਹੈ ਔਰ ਇਹ 15 ਯਾਨੀ ਕਿ ਇਹ ਦੋ ਪਿੰਡਾਂ ਦੇ ਹੁਣ ਇੱਥੋਂ ਦੀ ਆਬਾਦੀ ਤੁਹਾਨੂੰ ਹੈ ਕੋਈ ਅੰਦਾਜ਼ਾ ਕਿੰਨੀ ਕਿੰਨੇ ਕੁ ਮੁਰੱਬੇ ਦੇ ਵਿੱਚ ਹੈ? ਅੱਛਾ ਜੀ, ਜ਼ਿਆਦਾ ਦੇਖਣਾ ਆਈ ਅੱਛਾ ਜੀ, ਠੀਕ ਠੀਕ, ਕੱਚੀ ਵਾਦੀ ਲੈ ਗਿਆ ਬਸ ਸਹੀ, ਵਜ਼ੀਰਾਂ 10 ਕਾਟ ਹੋ ਜਾਂਦੇ ਅੱਛਾ ਵਜ਼ੀਰਾਂ ਮਾਲਕਾਂ ਦਾ ਸਹੀ ਤੇ
ਹੋਗੇ ਸਾਡੀ ਵੀਡੀਓ ਰਾਹੀਂ ਤੁਸੀਂ ਸਾਡੇ ਵਿੱਚ ਕੋਈ ਜਿਹੜੀ ਸਾਨੂੰ ਪਤਾ ਨਾ ਹੋਵੇ। ਰਾਈ ਉਹਦੇ ਚੱਕੀ ਨੂੰ ਖਾਂਦੇ ਸੀ ਅੱਛਾ ਰਾਹ ਨਾ ਤੇ ਆਟਾ ਨਹੀਂ ਪੀ ਠੀਕ ਅੱਛਾ ਦਿਨ ਬਾਅਦ 14 ਦਿਨ ਬਾਅਦ ਉਹ ਵੀ ਚੱਕੀ ਲਾਉਂਦੇ ਲੱਭਣ ਬਾਅਦ ਤੇ ਜੀ ਆਟਾ ਪੀਂਦੀ ਦਾ ਆਟਾ ਠੰਡਾ ਹੁੰਦਾ ਸੀ। ਅੱਛਾ ਅੱਛਾ ਇਹ ਮਸ਼ੀਨ ਦੇ ਸਾਹ ਦੇ ਕਰ ਚੰਦ ਸਾਹ ਜਾਂਦਾ ਅੱਛਾ ਦੋ ਚੱਕੀਆਂ ਆ ਗਈਆਂ ਉਸ ਆਟੇ ਤੇ ਉਸ ਆਟੇ 'ਚ ਵੀ ਬੜਾ ਫਰਕ ਹੁੰਦਾ ਸੀ। ਤਾਕਤ ਬੜੀ ਅੱਛਾ ਅੱਛਾ ਤੇ ਹੁਣ ਬਾਬਾ ਤੁਹਾਡੀ ਉਮਰ ਕਿੰਨੀ ਹੈ? ਮੇਰਾ 80 ਦੇ ਉੱਤੇ ਚੱਲ 80 ਤੋਂ ਉੱਤੇ ਹੋ ਗਈ ਉਮਰ। ਪਹਿਲੇ ਸੱਕਾ ਸਾਂ ਬਾਲਿਆ ਅੱਛਾ ਮਾਂ ਜਾ ਕੇ ਲੋਕ ਗਈ ਅੱਛਾ ਯਾਨੀ ਕਿ ਤੁਹਾਨੂੰ ਚੁੱਕ ਕੇ ਕਮਾਦਾਂ 'ਚ ਲੋਕੀਆਂ ਸੀ। ਮੇਰੇ ਅੰਦਰ ਮੈਂ ਕਹਿੰਦਾ ਕਿ ਦੇਖ ਬੜਾ ਸਿੱਖ ਅੱਛਾ ਉਹ ਕਰਦਾ ਰਿਹਾ ਮੈਂ ਇਹ ਸਿੱਖਿਆ ਮੈਂ ਸਿੱਖ ਕੇ ਸਾਰੀ ਮਾਂ ਦੱਸਦੀਆਂ ਨੇ ਤੇ ਸੱਕਾ ਚਲਾਉਣਾ ਤੇ ਧੋਂਦੇ ਕੇ ਸਾਫ਼ ਕਰਦੇ ਅੱਛਾ ਅੱਛਾ ਭਲੇ ਵੀ ਸੀ ਚੰਗੇ ਵੀ ਸੀ ਹੁਣ ਬਦਲੇਗੀ ਤੇ ਹੁਣ ਹਾਲਤ ਸੀ ਠੀਕ ਹੋ ਗਿਆ। ਹਾਂਜੀ 87 ਸਾਲ 87 ਸਾਲ ਜਦੋਂ ਵੰਡ 1947 ਦੀ ਵੰਡ ਤੋਂ ਬਾਅਦ ਇਹ ਤੁਹਾਡੀ ਪੈਦਾਇਸ਼ ਤੋਂ ਪਾਕਿਸਤਾਨ ਕਸ਼ਮੀਰ ਦੀ ਹੈ ਤੁਹਾਡੀ ਵੀ। ਜਦੋਂ ਅਸੀਂ ਆਏ ਨਾ ਹਾਂਜੀ ਸਿੱਖਾਂ ਦੀ ਮਾਂ ਦੀ ਤੇ ਮੇਰੇ ਕੋਲ ਇਸ ਪੁੱਤ ਨੂੰ ਸਾਂਭ ਕੇ ਰੱਖ ਅੱਛਾ ਜੀ ਇਹਨਾਂ ਕੋਲ ਅੱਛਾ ਯਾਨੀ ਕਿ ਫਿਰ ਤੇ ਤੁਸੀਂ ਤੇ ਤੁਹਾਡੇ ਵਾਲਦਾ ਵੀ ਉਸ ਜੰਗ 'ਚ ਜੰਗ ਚ ਨਹੀਂ ਹੋਈਆਂ ਅਸੀਂ ਜੰਗ ਤੋਂ ਪਹਿਲੇ ਨਿਕਲੇ ਹਾਂ ਉੱਥੋਂ ਅੱਛਾ ਤੇ ਸਿੱਖ ਜਿਹੜੇ ਸੀ ਨਾ ਹਾਂਜੀ ਇਹ ਮਾਰਦੇ ਜਿਹੜੇ ਇੱਥੇ ਮੁਕਾਮੀ ਸਿੱਖ ਸੀ। ਪਿੱਛੇ ਮਾਕਾਮੇ ਨਹੀਂ ਹੈਗੇ ਉਹ ਪਿੱਛੇ ਜਿਹੜੇ ਕਸ਼ਮੀਰ ਚ ਸਹੀ ਸਹੀ ਇਹ ਫਿਰ ਤੇ ਬੜੀ ਕਤਲੋਗਾਰਤ ਯਾਨੀ ਇਹ ਕਸ਼ਮੀਰੀ ਨਹੀਂ ਕਰਦਾ ਅੱਛਾ ਅੱਛਾ ਉਹ ਆ ਵੀ ਦੇਖਿਆ ਤੇ ਇਹ ਬਿਲਕੁਲ ਖਾਲੀ ਨੇ ਉਹਨਾਂ ਨੂੰ ਮਾਰ ਦਿੰਦੇ ਤੇ ਬਾਬਾ ਹੁਣ ਇੱਥੇ ਕਿਹੜੀ ਕਿਹੜੀ ਬਰਾਦਰੀ ਜਿੰਨੀਆਂ ਵੀ ਹਨ ਸਾਰੀਆਂ ਮਿਕਸ ਹੀ ਨੇ। ਸਾਰੇ ਲੋਕ। ਅੱਛਾ ਹੁਣ ਸਾਡਾ ਇੱਥੇ ਨਾ ਜੋ ਕੁਝ ਵੀ ਹੈ ਨਾ, ਇਹ ਠੀਕ ਹੋ ਗਿਆ ਜਿਵੇਂ ਕਿ ਵੀਵਰ ਬਾਬੇ ਹੋਰਾਂ ਨਾਲ ਗੱਲ ਹੋਈ ਬਜ਼ੁਰਗਾਂ ਨਾਲ ਉਹਨਾਂ ਨੇ ਪੁਰਾਣੇ ਦੌਰ ਦੀਆਂ ਪੁਰਾਣੀਆਂ ਗੱਲਾਂ ਦੱਸਿਆ ਤੇ ਇੱਥੋਂ ਦੀ ਚੱਕੀ ਬਾਰੇ ਵੀ ਦੱਸਿਆ ਤੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਤੁਸੀਂ ਇਨਸ਼ਾਅੱਲਾ ਅਸੀਂ ਤੁਹਾਨੂੰ ਇਸੇ ਵੀਡੀਓ ਵਿੱਚ ਚੱਕੀ ਵੀ ਦਿਖਾਵਾਂਗੇ। ਪਿਓ ਜੀ ਇਹ ਉਹਦਾ ਨਾਂ ਮਲਤਾਨ ਜਾ ਕੇ 1.25 ਰੁਪਇਆ ਸਿਰ ਦੇਸੀ ਘਿਓ ਹੁਣ ਤੇ ਜੀ 2000 ਰੁਪਏ ਕਿਲੋ ਵੀ ਨਹੀਂ ਲੱਭਦਾ ਦੇਸੀ ਘੀ ਉਦੋਂ ਹਰ ਘਰ ਆਪਣੇ ਘਰ ਮੈਂ ਪੜ੍ਹਨੇ ਦੀ ਬਾਤ ਨਾ ਸਾਰਾ ਕੰਮ ਨਹੀਂ ਸਰਦਾ ਸਾਡਾ ਮੈਨੂੰ ਪੜ੍ਹਨੇ ਦੁਪਹਿਰ ਨੂੰ ਰੋਟੀ ਹਾਂਜੀ ਹੁਣ ਤੇ ਲੱਭਿਆ ਨਹੀਂ ਲੱਭਦਾ ਹੁਣ ਲੱਭਦਾ ਹੀ ਉਹ 6-8 ਨੇ से दूध ਹੁੰਦਾ है जी दो आने से दुकान जी, से दो आने से बकरियां दो ठीक हो गया निकाल लेंगे दो आने ਜਿਹੜੀ ਵਜ੍ਹਾ ਤੋਂ ਕੋਲ ਘਾਟ ਜਾਣਿਆ ਜਾਂਦਾ ਹੈ ਅਸੀਂ ਤੁਹਾਡੇ ਨੂੰ ਉਹ ਵੀ ਦਿਖਾਵਾਂਗੇ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਹੈ ਤਾਂ ਕਿ ਜੇ ਬਾਹਰ ਦੇ ਇਲਾਕੇ ਨੇ ਪੰਜਾਬ ਦੇ ਲਹਿੰਦੇ ਪੰਜਾਬ ਦੇ ਜਿਹੜੇ